ਲਾਲਚ ਦੇ ਕੇ ਜਾਂ ਆਟਾ ਦੇਤਾ ਜਾਂ ਦਾਲ ਦੇਤੀ, ਇਹਦੇ ਨਾਲ ਕੰਮ ਨਹੀਂ ਹੋਣ ਵਾਲਾ। ਇਹਦੇ ਨਾਲ ਜਿਹੜੀ ਕਮਿਊਨਿਟੀ ਹੈ ਉਹ ਉੱਪਰ ਆਉਣ ਵਾਲੀ ਨਹੀਂ ਹੈ। ਜੋ ਤੁਸੀਂ ਚਾਹੁੰਦੇ ਹੋ, ਤੁਸੀਂ ਡਾਕਟਰਾਂ ਦੀ ਗੱਲ ਕਰ ਰਹੇ, ਇੰਜੀਨੀਅਰ ਦੀ ਗੱਲ ਕਰ ਰਹੇ ਹੋ, ਸੋ ਉਹ ਤਾਂ ਹੀ ਸੰਭਵ ਹੈਗਾ। ਬਾਟ ਸਾਹਿਬ, ਅਗਰ ਅਸੀਂ ਗੱਲ ਕਰਦੇ ਹਾਂ ਕਿ ਕੁਝ ਕਲੋਨੀਜ਼ ਨੇ ਸਿੱਖ ਕਮਿਊਨਿਟੀ ਦੀਆਂ, ਜਿਸ ਤਰ੍ਹਾਂ ਕਿ ਰੋਹਿਣੀ ਵਿੱਚ ਸਰਦਾਰ ਕਲੋਨੀ ਇੱਕ ਕਹੀ ਜਾਂਦੀ ਹੈ, ਦੈਨ ਉਸ ਤੋਂ ਬਾਅਦ ਅਸੀਂ ਅਗਰ ਤਿਲਕ ਵਿਹਾਰ ਕਲੋਨੀਜ਼ ਦੇ ਵਿੱਚ ਜਾਂਦੇ ਹਾਂ, ਉੱਥੇ ਵੀ ਪਤਾ ਚੱਲਿਆ ਕਿ ਕਈ ਬੱਚੇ ਨੇ ਜਿਹੜੇ ਪੜ੍ਹਾਈ ਨਹੀਂ ਕਰ ਸਕਦੇ। ਅਗਰ ਉਹ ਕੁਝ ਸਕੂਲਾਂ ਵਿੱਚ ਵੀ ਨੇ ਜਿਸ ਤਰ੍ਹਾਂ ਕਿ ਸਾਡੇ ਹਰਕ੍ਰਿਸ਼ਨ ਪਬਲਿਕ ਸਕੂਲ ਨੇ ਕਹਿੰਦੇ ਨੇ ਅਸੀਂ ਸਕੂਲਾਂ ਵਿੱਚ ਬੱਚੇ ਪੜ੍ਹਦੇ ਨੇ, ਅਗਰ ਫੀਸ ਨਾ ਦੇਣ ਕਿਉਂਕਿ ਫਾਈਨੈਂਸ਼ਲੀ ਉਸ ਤੌਰ ਤੇ ਉਨੀ ਸક્ષਮ ਨਹੀਂ ਹਨ ਕਿ ਫੀਸ ਦੇ ਸਕਦੇ ਨੇ। ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਹੈਗਾ ਜਿਹੜਾ, ਇਹਦੇ ਵਿੱਚ ਸਾਡੇ ਬੱਚੇ ਪੜ੍ਹਦੇ ਹੈਗੇ। ਮੇਰੀ ਪੋਤੇ ਦੋਤੇ ਤੇ ਮੇਰੇ ਭਰਾਵਾਂ ਦੇ ਬੱਚੇ, ਮੇਰੀ ਭੈਣਾਂ ਦੇ ਬੱਚੇ ਉਹ ਪੜ੍ਹਦੇ ਹੈਗੇ। ਆਨਲਾਈਨ ਕਲਾਸਾਂ ਹੁਣ ਚੱਲ ਰਹੀਆਂ ਜਿਵੇਂ ਲੋਕਡਾਊਨ ਕਰਕੇ, ਉਹ ਬੱਚੇ ਕਲਾਸ ਲੈਂਦੇ ਹੈਗੇ। ਜੇ ਸਾਡੀ ਫੀਸ ਜਾਏਗੀ ਤੇ ਬੱਚੇ ਕਲਾਸ ਲੈਣਗੇ, ਜੇ ਸਾਡੀ ਫੀਸ ਨਹੀਂ ਗਈ ਤਾਂ ਆਨਲਾਈਨ ਕਲਾਸ ਵੀ ਬੰਦ ਹੋ ਜਾਂਦੀ ਹੈਗੀ ਤੇ ਪੜ੍ਹ ਲਿਖ ਜਾਣ। ਹੁਣ ਜਿਹੜੀ ਦੂਜੀ ਸਾਡੇ ਪੋਤੇ ਹੈਗੇ, ਸਾਡੇ ਬੱਚੇ ਵੀ ਨੇ ਪੜ੍ਹ ਨਹੀਂ ਪਾਏ, ਉਹ ਵੀ ਅਨਪੜ੍ਹ ਹੀ ਹੈਗੇ। ਕਿਉਂ? ਗਰੀਬੀ ਕਰਕੇ ਅਸੀਂ ਪੜ੍ਹਾ ਨਹੀਂ ਪਾਏ ਬੱਚਿਆਂ ਨੂੰ। ਕਹਿੰਦੇ ਬੱਚਿਆਂ ਨੂੰ ਸਕੂਲ ਦੇ ਉਹਨਾਂ ਦੇ ਕਲਾਸਿਸ ਤੋਂ ਉਹਨਾਂ ਨੂੰ ਅਲੱਗ ਕਰ ਦਿੰਦੇ ਨੇ। ਕਿ ਤੁਹਾਨੂੰ ਨਹੀਂ ਲੱਗਦਾ ਕਿ ਇਸ ਤੇ ਵੀ ਸੋਚ ਵਿਚਾਰ ਕਰਨਾ ਜ਼ਰੂਰੀ ਹੈ ਕਮੇਟੀ ਦਾ? ਜੋ ਕੁਝ ਅਸੀਂ ਕਰਨਾ ਚਾਹੁੰਦੇ ਸੀ ਉਹ ਪ੍ਰਬੰਧਕਾਂ ਦਾ ਆਪਸੀ ਤਾਲਮੇਲ ਨਾ ਹੋਣ ਕਰਕੇ, ਕੇਵਲ ਪ੍ਰਬੰਧਕਾਂ ਦਾ, ਖਾਸ ਤੌਰ ਤੇ ਪ੍ਰੈਜ਼ੀਡੈਂਟ ਮਨਜਿੰਦਰ ਸਿੰਘ ਸਿਰਸਾ ਦਾ ਇਕੱਲੇ ਆਪਣੇ ਸ਼ਖਸੀਅਤ ਨੂੰ ਨਿਖਾਰਨ ਵਾਸਤੇ ਉਸ ਤਰੀਕੇ ਦੀ ਕਾਰਜਪਾਲੀ ਪ੍ਰਣਾਲੀ ਜਿਹੜੀ ਅਪਣਾਈ ਗਈ, ਜਦ ਕਿ ਚਾਹੀਦਾ ਇਹ ਸੀਗਾ ਕਿ ਆਪਾਂ ਨੂੰ ਇਹ ਕੋਈ 1-2 ਮਹੀਨੇ ਦਾ ਕੰਮ ਨਹੀਂ ਹੈ। ਸਾਡੀ 4 ਸਾਲ ਦੀ ਟਰਮ ਹੈ। 4 ਸਾਲ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਨਾਲ ਨੇ ਸਰਦਾਰ ਕੁਲਵੰਤ ਸਿੰਘ ਬਾਟ ਸਾਹਿਬ ਜੀ, ਜਿਨ੍ਹਾਂ ਨੇ ਦਿੱਲੀ ਗੁਰਦੁਆਰਾ ਕਮੇਟੀ ਦੀ ਕਮਾਨ ਸੰਭਾਲੀ ਹੈ 2 ਦਿਨ ਪਹਿਲੇ ਹੀ। ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਪੀਵੀ ਨਿਊਜ਼ ਤੇ। ਬਾਟ ਸਾਹਿਬ, ਬਹੁਤ ਬਹੁਤ ਧੰਨਵਾਦ ਜੀ ਬਾਲੀ ਸਾਹਿਬ। ਬਾਟ ਸਾਹਿਬ, ਜਿਸ ਤਰ੍ਹਾਂ ਕਿ ਤੁਸੀਂ ਕਮਾਨ ਸੰਭਾਲਦੇ ਹੀ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ, ਜਿਹੜੀ ਸਿੱਖ ਕਮਿਊਨਿਟੀ ਵੀ ਚਾਹੁੰਦੀ ਕਿ ਸਾਡੇ ਜਿਹੜੇ ਕਈ ਖਾਮੀਆਂ ਜਿਹੜੀਆਂ ਰਹਿ ਚੁੱਕੀ ਦੀਆਂ ਨੇ, ਉਹ ਖਾਮੀਆਂ ਕਿਸ ਤਰ੍ਹਾਂ ਪੂਰੀ ਕੀਤੀ ਜਾਣ। ਆਉਂਦਿਆਂ ਤੁਸੀਂ ਇੱਕ ਹਰਗੋਬਿੰਦ ਐਨਕਲੇਵ ਆਈ ਥਿੰਕ ਉੱਥੇ ਦਾ ਤੁਸੀਂ ਕੁਝ ਕਾਰਵਾਈ ਸ਼ੁਰੂ ਕੀਤੀ, ਤੇ ਅਸੀਂ ਚਾਹਾਂਗੇ ਕਿ ਤੁਸੀਂ ਆਪਣੇ ਕਾਰਜਭਾਰ ਸੰਭਾਲਦਿਆਂ, ਤੁਸੀਂ ਆਪਣਾ ਜਿਹੜੇ ਉਹਦਾ ਸੰਭਾਲਦਿਆਂ ਹੀ ਸ਼ੁਰੂਆਤ ਕਰ ਦਿੱਤੀ ਹੈ, ਤੇ ਅੱਗੇ ਦਾ ਕੀ ਪਲਾਨ ਹੈ ਤੁਹਾਡਾ? ਦੇਖੋ, ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦਾ ਆਪਣੀ ਐਗਜ਼ੀਕਿਊਟਿਵ ਬਾਡੀ ਦਾ, ਆਪਣੇ ਸਾਥੀ ਮੈਂਬਰਾਂ ਦਾ, ਜਿਨ੍ਹਾਂ ਨੇ ਮੇਰੇ ਤੇ ਭਰੋਸਾ ਕਰਕੇ ਮੈਨੂੰ ਇਹ ਸੇਵਾ ਜਿਹੜੀ ਹੈ ਉਹ ਦਿੱਤੀ ਹੈ। ਰਹੀ ਗੱਲ ਕੰਮਕਾਜ ਦੀ, ਮੈਂ ਸਮਝਦਾ ਕਿ ਸਮਾਂ ਬੇਸ਼ੱਕ ਬਹੁਤ ਘੱਟ ਹੈ, ਲੇਕਿਨ ਅਗਰ ਇੱਛਾ ਸ਼ਕਤੀ ਹੋਵੇ ਤੇ ਘੱਟ ਸਮੇਂ ਦੇ ਵਿੱਚ ਵੀ ਬਹੁਤ ਕੁਝ ਕੀਤਾ ਜਾ ਸਕਦਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ ਲਗਭਗ 8-10 ਸਾਲਾਂ ਤੋਂ ਜਿਸ ਤਰੀਕੇ ਦਾ ਕਾਰਜਸ਼ੈਲੀ ਕਮੇਟੀ ਦੀ ਰਹੀ ਹੈ, ਉਹਦੇ ਵਿੱਚ ਬਹੁਤ ਸਾਰੇ ਢਾਹ ਜਿਹੜੀ ਹੈ ਦਿੱਲੀ ਕਮੇਟੀ ਦੇ ਅਕਸ਼ ਨੂੰ ਲੱਗੀ ਹੈ। ਬਹੁਤ ਸਾਰੀਆਂ ਗੱਲਾਂ ਹੋਈਆਂ ਹੈ, ਔਰ ਇਤਿਹਾਸ 'ਚ ਸ਼ਾਇਦ ਪਹਿਲੀ ਵਾਰ ਦਿੱਲੀ ਕਮੇਟੀ ਦੇ ਪ੍ਰਧਾਨਾਂ ਦੇ ਖਿਲਾਫ FIR ਹੋਣੀ, ਇਹ ਬਹੁਤ ਵੱਡੀ ਚਿੰਤਾ ਦਾ ਵੀ ਵਿਸ਼ੇ ਹੈ ਤੇ ਗੱਲ ਵੀ ਬੜੀ ਸ਼ਰਮਨਾਕ ਰਹੀ ਆ। ਮੈਂ ਸਮਝਦਾ ਕਿ ਦਿੱਲੀ ਕਮੇਟੀ ਦੇ ਅਕਸ਼ ਨੂੰ ਕਿਵੇਂ ਸਾਫ਼ ਸੁਥਰੇ ਢੰਗ ਦੇ ਨਾਲ, ਕਿਵੇਂ ਪਾਰਦਰਸ਼ੀ ਤਰੀਕੇ ਦੇ ਨਾਲ ਸੰਗਤ ਦੇ ਵਿੱਚ ਰੱਖਿਆ ਜਾਵੇ, ਇਹ ਮੁੱਢਲੀ ਜ਼ਿੰਮੇਵਾਰੀ ਹੈ। ਔਰ ਮੈਂ ਕੋਸ਼ਿਸ਼ ਕਰਾਂਗਾ, ਤੁਸੀਂ ਗੱਲ ਕੀਤੀ ਹੈ ਹਰਗੋਬਿੰਦ ਐਨਕਲੇਵ ਦੇ ਇੱਕ ਇੰਸਟੀਚਿਊਟ ਦੀ, ਮੈਨੂੰ ਇਹ ਜਾਣਕਾਰੀ ਹੈ ਕਿ ਇਸ ਤਰੀਕੇ ਦੀਆਂ ਹੋਰ ਵੀ ਬਹੁਤ ਸਾਰੀਆਂ ਇੰਸਟੀਟਿਊਸ਼ਨ ਦੇ ਵਿੱਚ ਕਮਰਸ਼ੀਅਲ ਐਕਟੀਵਿਟੀ ਕੀਤੀ ਜਾ ਰਹੀ ਹੈ। ਔਰ ਮੇਰਾ ਇਹ ਮੰਨਣਾ ਹੈ ਕਿ ਸਾਡੇ ਜਿਹੜੇ ਪੂਰਵਜ ਰਹੇ ਹੈ, ਚਾਹੇ ਉਹ ਅਸੀਂ ਪੁਰਾਣੇ ਜਿਹੜੇ ਵੀ ਪ੍ਰਧਾਨ ਰਹੇ ਹੋਣ, ਉਹਨਾਂ ਦੀ ਮੈਂ ਅਗਰ ਗੱਲ ਕਰਾਂ, ਜੇ ਜਥੇਦਾਰ ਸੰਤੋਖ ਸਿੰਘ ਤੋਂ ਸ਼ੁਰੂ ਕੀਤਾ ਜਾਵੇ ਜਾਂ ਮਨਚੰਦਾ ਜੀ, ਜਾਂ ਉਸ ਤੋਂ ਬਾਅਦ ਸੰਗਤਪੁਰੀ ਸਾਹਿਬ, ਜਦ ਤੱਕ ਮੈਨੂੰ ਯਾਦ ਰਿਹਾ ਪਰਮਜੀਤ ਸਿੰਘ ਸਰਨਾ ਨਹੀਂ ਰਹੇ, ਸਾਰੇ ਲੋਕ ਇਹਨਾਂ ਨੇ ਕੌਮ ਦੇ ਵਾਸਤੇ ਬਹੁਤ ਵੱਡੀਆਂ ਮੱਲਾਂ ਮਾਰੀਆਂ, ਜਾਇਦਾਦਾਂ ਬਣਾਈਆਂ, ਬਹੁਤ ਸਾਰੇ ਸਕੂਲ, ਕਾਲਜ, ਇੰਸਟੀਚਿਊਟ ਖੋਲ੍ਹੇ ਗਏ। ਲੇਕਿਨ ਇਹਨਾਂ ਦਾ ਮੰਤਵ ਇੱਕੋ ਹੀ ਸੀ ਕਿ ਇਹਨਾਂ ਇੰਸਟੀਚਿਊਟ ਦੇ ਵਿੱਚ, ਇਹਨਾਂ ਸਕੂਲਾਂ ਦੇ ਵਿੱਚ ਸਿੱਖ ਕਮਿਊਨਿਟੀ ਦੇ ਜਿਹੜੇ ਬੱਚੇ ਹੈ ਉਹ ਚੰਗੀ ਤੋਂ ਚੰਗੀ ਜਿਹੜੀ ਸਿੱਖਿਆ ਜਿਹੜੀ ਹੈ ਉਹ ਲੈ ਸਕਣ, ਚੰਗੇ ਕੋਰਸ ਕਰ ਸਕਣ। ਇਹ ਨਾਲ ਦੂਸਰੇ ਧਰਮਾਂ ਦੇ ਜਿਹੜੇ ਲੋਕ ਹੈ ਉਹ ਵੀ ਸਾਡੀਆਂ ਇਹਨਾਂ ਇੰਸਟੀਟਿਊਸ਼ਨ ਦੇ ਵਿੱਚ ਆ ਕੇ ਪੰਜਾਬੀ ਭਾਸ਼ਾ ਨੂੰ ਪੜ੍ਹ ਸਕਣ, ਚੰਗਾ ਆਪਣੀ ਜਿਹੜੀ ਸਿੱਖਾਂ ਦੀ ਹਿਸਟਰੀ ਹੈ ਉਹਦੇ ਬਾਰੇ ਜਾਣਕਾਰੀ ਲੈ ਸਕਣ। ਇਹ ਕਿਤੇ ਵੀ ਕਿਸੇ ਦਾ ਮੰਤਵ ਨਹੀਂ ਸੀ ਕਿ ਇਹਨਾਂ ਜਾਇਦਾਦਾਂ ਦੇ ਵਿੱਚ ਕਮਰਸ਼ੀਅਲ ਐਕਟੀਵਿਟੀ ਜਿਹੜੀ ਸ਼ੁਰੂ ਕੀਤੀ ਜਾਵੇ, ਜੋ ਕਿ ਹੁਣ ਸਾਡੇ ਸਾਹਮਣੇ ਦੇਖਣ ਨੂੰ ਮਿਲੀ ਹੈ। ਚਾਹੇ ਉਹ ਹਰਗੋਬਿੰਦ ਐਨਕਲੇਵ ਦੀ ਗੱਲ ਕਰੀਏ, ਚਾਹੇ ਉਹ ਆਪਾਂ ਗੱਲ ਕਿਸੇ ਹੋਰ ਵੀ ਜਿਹੜੀਆਂ ਜਾਣਕਾਰੀਆਂ ਮਿਲ ਰਹੀਆਂ ਬਾਕੀ ਅਦਰ ਇੰਸਟੀਚਿਊਟ ਦੀ ਗੱਲ ਕਰੀਏ, ਤਾਂ ਇਸ ਤਰੀਕੇ ਦੀ ਕਮਰਸ਼ੀਅਲ ਐਕਟੀਵਿਟੀ ਕਰਨੀ ਇਹ ਬਹੁਤ ਸ਼ਰਮਨਾਕ ਗੱਲ ਹੈ।
ਬਜਾਏ ਆਪਣੇ ਕੌਮ ਦੇ ਬੱਚਿਆਂ ਦੇ ਕਿਰਦਾਰ ਨੂੰ ਨਿਖਾਰਨ ਦੇ ਵਾਸਤੇ ਇੱਥੇ ਕੋਈ ਕੋਰਸ ਚਾਲੂ ਕਰਨੇ ਚਾਹੀਦੇ ਸੀ। ਕਿਉਂ ਇਹ ਇੰਸਟੀਚਿਊਟ ਬੰਦ ਹੋਏ, ਇਹਦੇ ਬਾਰੇ ਸੋਚਣ ਦੀ ਲੋੜ ਹੈ। ਸੋ ਮੈਂ ਸਮਝਦਾ ਕਿ ਇੱਕ ਚੰਗਾ ਪ੍ਰਬੰਧ ਜਿਹੜਾ ਹੈ ਉਹ ਲੋਕਾਂ ਦੇ ਦਿਲਾਂ ਨੂੰ ਜਿੱਤ ਸਕਦਾ ਹੈ। ਚੰਗੀ ਪਾਰਦਰਸ਼ਤਾ ਜਿਹੜੀ ਹੈ ਲੋਕਾਂ ਦੇ ਵਿੱਚ ਰੱਖੀ ਜਾਵੇ ਤੇ ਲੋਕਾਂ ਦੇ ਦਿਲਾਂ ਨੂੰ ਜਿੱਤ ਸਕਦੀ ਹੈ। ਬਾਟ ਸਾਹਿਬ, ਤੁਸੀਂ ਹੁਣ ਆਉਣ ਵਾਲੇ ਸਮੇਂ ਵਿੱਚ ਕੀ ਕੁਝ ਕਰਨਾ ਚਾਹੋਗੇ? ਜਿਹੜਾ ਤੁਹਾਡੇ ਮਨ ਵਿੱਚ ਹੈ ਕਿ ਐਜ਼ ਅ ਪ੍ਰੈਜ਼ੀਡੈਂਟ ਤੁਸੀਂ ਕੀ ਕਰਨਾ ਸੋਚਿਆ ਦਾ ਕੀ ਹੈ? ਦੇਖੋ, ਮੈਂ ਬਤੌਰ ਵਰਕਿੰਗ ਪ੍ਰੈਜ਼ੀਡੈਂਟ ਬੇਸ਼ੱਕ ਮੈਂ ਨਾ ਵੀ ਕੰਮ ਕਰਾਂ, ਮੇਰਾ ਇਹ ਮੰਨਣਾ ਹੈ ਕਿ ਦਿੱਲੀ ਕਮੇਟੀ ਦੀ ਆਉਣ ਵਾਲੀ, ਕਿਉਂਕਿ ਬਹੁਤ ਜਲਦੀ ਨਵੀਂ ਕਾਰਜਕਾਰਨੀ ਬਣਨੀ ਹੈ, ਨਵੇਂ ਪ੍ਰਧਾਨ ਸਕੱਤਰ, ਨਵੇਂ ਅਹੁਦੇਦਾਰ ਚੁਣੇ ਜਾਣੇ ਹੈ। ਅਗਰ ਉਹਨਾਂ ਦੀ ਨੀਅਤ ਸਾਫ਼ ਹੋਵੇ ਤੇ ਮੈਂ ਹੀ ਕਿਉਂ, ਹੋਰ ਬਹੁਤ ਸਾਰੇ ਕੌਮ ਦੇ ਵਿੱਚ ਇੰਟੈਲੈਕਚੁਅਲ ਹੈਗੇ ਆ, ਬਹੁਤ ਸਾਰੇ ਐਕਸਪਰਟ ਹੈਗੇ ਆ ਜਿਨ੍ਹਾਂ ਦੀ ਮਦਦ ਨੂੰ ਲੈ ਕੇ ਇਸ ਪ੍ਰਬੰਧ ਦੇ ਵਿੱਚ ਜਿਹੜਾ ਨਿਖਾਰ ਹੈ ਉਹਨੂੰ ਲਿਆਇਆ ਜਾ ਸਕਦਾ। ਜੋ ਪਿਛਲੇ ਸਮੇਂ ਦੇ ਵਿੱਚ ਨਿਖਾਰ ਆਇਆ, ਬਹੁਤ ਸਾਰੀਆਂ ਸਾਡੀਆਂ ਇੰਸਟੀਟਿਊਸ਼ਨ ਐਸੀਆਂ ਹੈਗੀਆਂ ਬੰਦ ਹੋ ਗਈਆਂ। ਅੱਜ ਜੇ ਆਪਾਂ ਸਕੂਲਾਂ ਦੀ ਗੱਲ ਕਰੀਏ ਤੇ ਪ੍ਰਬੰਧ ਐਸਾ ਹੋ ਚੁੱਕਿਆ ਕਿ ਸਮੇਂ ਸਿਰ ਆਪਣੇ ਟੀਚਰਾਂ ਨੂੰ ਤਨਖਾਹ ਨਹੀਂ ਮਿਲ ਰਹੀ, ਦਿੱਲੀ ਗੁਰਦੁਆਰਾ ਕਮੇਟੀ ਦੇ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹ ਨਹੀਂ ਮਿਲ ਰਹੀ। ਸੋ ਇਹ ਸਾਰੇ ਪ੍ਰਬੰਧ ਨੂੰ ਇੱਕ ਚੰਗੀ ਸੋਚ ਦੇ ਨਾਲ, ਸੂਝਵਾਨ ਸ਼ਖਸੀਅਤਾਂ ਦੇ ਨਾਲ ਇਹਦੇ ਪ੍ਰਬੰਧ ਦੇ ਵਿੱਚ ਬਹੁਤ ਵੱਡਾ ਉਪਰਾਲਾ ਕੀਤਾ ਜਾ ਸਕਦਾ। ਔਰ ਸੰਗਤ ਦਾ ਜੇ ਮੈਂ ਸਹਿਯੋਗ ਹਾਂ, ਸੰਗਤ ਦੇ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਹੈ। ਗੱਲ ਇਹ ਹੈ ਕਿ ਤੁਹਾਡਾ ਵਿਸ਼ਵਾਸ ਅਗਰ ਤੁਸੀਂ ਸੰਗਤ ਦਾ ਜਿੱਤ ਲਿਆ ਤੇ ਸੰਗਤ ਇਹਨਾਂ ਗੁਰੂ ਘਰਾਂ ਦੇ ਵਿੱਚ ਕਰੋੜਾਂ ਰੁਪਈਆ ਜਿਹੜਾ ਆਪਣੇ ਦਸਵੰਧ ਦੇ ਵਿੱਚੋਂ ਦਾਨ ਦੇ ਰੂਪ ਦੇ ਵਿੱਚ ਦੇ ਕੇ, ਸ਼ਰਧਾ ਦੇ ਨਾਲ ਮੱਥਾ ਟੇਕ ਕੇ, ਗੁਰੂ ਸਾਹਿਬ ਨੂੰ ਅਰਪਿਤ ਕਰਕੇ, ਇੰਨਾ ਕੁ ਪੈਸਾ ਜਿਹੜਾ ਇਹਨਾਂ ਇੰਸਟੀਟਿਊਸ਼ਨ ਦੇ ਵਿੱਚ ਆਉਂਦਾ ਕਿ ਅਗਰ ਉਹਦਾ ਇਸਤੇਮਾਲ ਸਹੀ ਢੰਗ ਦੇ ਨਾਲ ਹੋਵੇ ਤਾਂ ਇਹ ਸਾਰੇ ਆਪਣੇ ਅਦਾਰਿਆਂ ਨੂੰ ਸੰਭਾਲਿਆ ਜਾ ਸਕਦਾ। ਬਾਟ ਸਾਹਿਬ, ਅਗਰ ਅਸੀਂ ਗੱਲ ਕਰਦੇ ਹਾਂ ਕਿ ਕੁਝ ਕਾਲੋਨੀਜ਼ ਨੇ ਸਿੱਖ ਕਮਿਊਨਿਟੀ ਦੀਆਂ, ਜਿਸ ਤਰ੍ਹਾਂ ਕਿ ਰੋਹਿਣੀ ਵਿੱਚ ਸਰਦਾਰ ਕਾਲੋਨੀ ਇੱਕ ਕਹੀ ਜਾਂਦੀ ਹੈ, ਦੈਨ ਉਸ ਤੋਂ ਬਾਅਦ ਅਸੀਂ ਅਗਰ ਤਿਲਕ ਵਿਹਾਰ ਕਾਲੋਨੀਜ਼ ਦੇ ਵਿੱਚ ਜਾਂਦੇ ਹਾਂ, ਉੱਥੇ ਵੀ ਪਤਾ ਚੱਲਿਆ ਕਿ ਕਈ ਬੱਚੇ ਨੇ ਜਿਹੜੇ ਪੜ੍ਹਾਈ ਨਹੀਂ ਕਰ ਸਕਦੇ। ਅਗਰ ਉਹ ਕੁਝ ਸਕੂਲਾਂ ਵਿੱਚ ਵੀ ਨੇ ਲਾਈ, ਜਿਸ ਤਰ੍ਹਾਂ ਕਿ ਸਾਡੇ ਹਰਕ੍ਰਿਸ਼ਨ ਪਬਲਿਕ ਸਕੂਲ ਨੇ ਕਹਿੰਦੇ ਨੇ ਅਸੀਂ ਸਕੂਲਾਂ ਵਿੱਚ ਬੱਚੇ ਪੜ੍ਹਦੇ ਨੇ, ਅਗਰ ਫੀਸ ਨਾ ਦੇਣ ਕਿਉਂਕਿ ਫਾਈਨੈਂਸ਼ਲੀ ਉਸ ਤੌਰ ਤੇ ਉਹ ਨਹੀਂ ਸક્ષਮ ਨਹੀਂ ਹਨ ਕਿ ਫੀਸ ਦੇ ਸਕਦੇ ਨੇ, ਕਹਿੰਦੇ ਬੱਚਿਆਂ ਨੂੰ ਸਕੂਲ ਦੇ ਉਹਨਾਂ ਦੇ ਕਲਾਸਿਸ ਤੋਂ ਉਹਨਾਂ ਨੂੰ ਅਲੱਗ ਕਰ ਦਿੰਦੇ ਨੇ। ਕਿ ਤੁਹਾਨੂੰ ਨਹੀਂ ਲੱਗਦਾ ਕਿ ਇਸ ਤੇ ਵੀ ਸੋਚ ਵਿਚਾਰ ਕਰਨਾ ਜ਼ਰੂਰੀ ਹੈ ਕਮੇਟੀ ਦਾ? ਤੁਸੀਂ ਬਿਲਕੁਲ ਠੀਕ ਕਿਹਾ। ਸੰਗਤ ਨੂੰ ਇਸ ਗੱਲ ਦੀ ਆਸ ਵੀ ਰਹਿੰਦੀ ਹੈ ਔਰ ਇਹ ਸਾਡਾ ਮੈਂਬਰ ਸਹਿਬਾਨ ਦਾ, ਪ੍ਰਬੰਧਕਾਂ ਦਾ ਫਰਜ਼ ਵੀ ਬਣਦਾ ਹੈ ਕਿ ਜਿਸ ਕਮਿਊਨਿਟੀ ਨੇ, ਸਿੱਖ ਕੌਮ ਨੇ ਦੇਸ਼ ਦੇ ਉੱਤੇ ਜਦੋਂ ਵੀ ਕਦੇ ਕੋਈ ਵਿਪਦਾ ਆਈ, ਆਪਦਾ ਆਈ ਹੈ, ਤੁਸੀਂ ਸ਼੍ਰੀਨਗਰ ਜੰਮੂ ਨੂੰ ਬਿਲੋਂਗ ਕਰਦੇ ਹੋ, ਜਦੋਂ ਉੱਥੇ ਆਪਦਾ ਆਈ ਉਦੋਂ ਵੀ ਦਿੱਲੀ ਕਮੇਟੀ ਨੇ ਉੱਥੇ ਜਾ ਕੇ ਜਿਹੜੇ ਪ੍ਰਬੰਧ ਕੀਤੇ, ਲੰਗਰਾਂ ਦੇ ਪ੍ਰਬੰਧ ਕੀਤੇ, ਹੋਰ ਕੱਪੜੇ ਦਾ ਪ੍ਰਬੰਧ ਕੀਤਾ ਗਿਆ। ਇਸੇ ਤਰੀਕੇ ਜਿੱਥੇ ਵੀ ਕਿਤੇ ਵਿਪਦਾ ਆਈ ਹੈ ਦੇਸ਼ ਦੇ ਉੱਤੇ, ਸਿੱਖ ਕੌਮ ਨੇ ਮੂਹਰਲੀ ਕਤਾਰ ਦੇ ਵਿੱਚ ਖੜੇ ਹੋ ਕੇ ਲੋਕਾਂ ਦੀ ਸੇਵਾ ਕੀਤੀ ਹੈ। ਆ ਪਿਛਲੇ ਦਿਨੀ ਕੋਵਿਡ ਦੀ ਗੱਲ ਮੈਂ ਕਰਾਂ, ਦਿੱਲੀ ਦੇ ਵਿੱਚ ਦਿੱਲੀ ਕਮੇਟੀ ਨੇ ਲੰਗਰਾਂ ਦੀ ਬਹੁਤ ਵੱਡੀ ਸੇਵਾ ਕੀਤੀ। ਪਰ ਮੈਂ ਇਹ ਸਮਝਦਾ ਜਿਹੜਾ ਤੁਹਾਡਾ ਸਵਾਲ ਹੈ ਕਿ ਬਾਕੀ ਕਮਿਊਨਿਟੀ ਨੂੰ ਸੇਵਾ ਦੇਣ ਦੇ ਨਾਲ ਨਾਲ ਸਿੱਖ ਕਮਿਊਨਿਟੀ ਦੇ ਜਿਹੜੇ ਬੱਚੇ ਹੈਗੇ, ਤੁਸੀਂ ਤਿਲਕ ਵਿਹਾਰ ਦੀ ਗੱਲ ਕੀਤੀ ਜਾਂ ਨਿਹਾਲ ਵਿਹਾਰ ਦੀ ਗੱਲ ਕੀਤੀ, ਮੈਂ ਤੁਹਾਨੂੰ ਆਪਣੇ ਇਲਾਕੇ 'ਚ, ਮੇਰੇ ਇਲਾਕੇ 'ਚ ਬਹੁਤ ਸਾਰਾ ਇਲਾਕਾ ਐਸਾ ਹੈਗਾ ਜਿਹਦੇ ਵਿੱਚ ਆਪਾਂ ਸੋਨੀਆ ਵਿਹਾਰ ਦੀ ਗੱਲ ਕਰੀਏ, ਮੰਡੋਲੀ ਸਬੋਲੀ ਦੀ ਗੱਲ ਕਰੀਏ, ਸੀਲਮਪੁਰ ਦੀ ਗੱਲ ਕਰੀਏ, ਸੁਭਾਸ਼ ਪਾਰਕ ਦੀ ਗੱਲ ਕਰੀਏ, ਇਸ ਤਰੀਕੇ ਦੇ ਬਾਕੀ ਮੈਂਬਰਾਂ ਦੇ ਇਲਾਕਿਆਂ ਦੇ ਵਿੱਚ ਵੀ ਇੱਕ ਇੱਕ ਦੋ ਦੋ ਕਲੋਨੀਆਂ ਐਸੇ ਕਿਰਤੀ ਸਿੰਘਾਂ ਦੀ ਹੈਗੀਆਂ ਜਿਹੜੇ ਆਪਣੀ ਰੋਜੀ ਰੋਟੀ ਬੜੀ ਮੁਸ਼ਕਲ ਨਾਲ ਕਮਾ ਸਕਦੇ ਆ। ਸੋ ਕਮੇਟੀ ਦਾ ਫਰਜ਼ ਬਣਦਾ ਹੈ, ਦੇਖੋ ਇਹ ਇੱਕ ਰੋਡ ਮੈਪ ਬਣਨਾ ਚਾਹੀਦਾ ਕਮੇਟੀ ਦੇ ਵਿੱਚ। ਔਰ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ 8 ਸਾਲ ਦੇ ਵਿੱਚ ਜੋ ਕੁਝ ਮੈਂ ਅਗਰ ਵਿਅਕਤੀਗਤ ਤੌਰ ਤੇ ਮੈਂ ਤੁਹਾਨੂੰ ਕਹਾਂ ਕਿ ਜੋ ਕੁਝ ਅਸੀਂ ਕਰਨਾ ਚਾਹੁੰਦੇ ਸੀ, ਉਹ ਪ੍ਰਬੰਧਕਾਂ ਦਾ ਆਪਸੀ ਤਾਲਮੇਲ ਨਾ ਹੋਣ ਕਰਕੇ, ਕੇਵਲ ਪ੍ਰਬੰਧਕਾਂ ਦਾ, ਖਾਸ ਤੌਰ ਤੇ ਪ੍ਰੈਜ਼ੀਡੈਂਟ ਮਨਜਿੰਦਰ ਸਿੰਘ ਸਿਰਸਾ ਦਾ ਇਕੱਲੇ ਆਪਣੇ ਸ਼ਖਸੀਅਤ ਨੂੰ ਨਿਖਾਰਨ ਵਾਸਤੇ ਉਸ ਤਰੀਕੇ ਦੀ ਕਾਰਜਪਾਲੀ ਪ੍ਰਣਾਲੀ ਜਿਹੜੀ ਅਪਣਾਈ ਗਈ, ਜਦ ਕਿ ਚਾਹੀਦਾ ਇਹ ਸੀਗਾ ਕਿ ਆਪਾਂ ਨੂੰ ਇਹ ਕੋਈ 1-2 ਮਹੀਨੇ ਦਾ ਕੰਮ ਨਹੀਂ ਹੈ। ਸਾਡੀ 4 ਸਾਲ ਦੀ ਟਰਮ ਹੈ, 4 ਸਾਲ ਦੇ ਵਿੱਚ ਤੁਸੀਂ ਰੋਡ ਮੈਪ ਤਿਆਰ ਕਰੋ ਕਿ ਕਿੱਥੇ ਕਿੱਥੇ ਉਹਨਾਂ ਕਿਰਤੀ ਸਿੰਘਾਂ ਵਾਸਤੇ ਜਿਹੜੇ ਕਿ ਬਹੁਤ ਜ਼ਰੂਰਤਮੰਦ ਹੈ, ਉਹਨਾਂ ਵਾਸਤੇ ਕੀ ਰੋਡ ਮੈਪ ਹੈ, ਤੁਸੀਂ ਕਿਸ ਤਰੀਕੇ ਉਹਨਾਂ ਦੀ ਕੋਈ ਇਲਾਜ ਦੀ ਮਦਦ ਕਰ ਸਕਦੇ ਹੋ, ਕਿਸ ਤਰੀਕੇ ਉਹਨਾਂ ਦੇ ਬੱਚਿਆਂ ਨੂੰ ਸਿੱਖਿਆ ਦੀ ਗੱਲ ਕਰ ਸਕਦੇ ਹੋ। ਸੋ ਇਹ ਇੱਕ ਵਿਜ਼ਨ ਦੀ ਲੋੜ ਹੈ, ਇੱਕ ਰੋਡ ਮੈਪ ਹੋਣਾ ਚਾਹੀਦਾ। ਔਰ ਇਹਦੇ ਵਿੱਚ ਮੈਂ ਇਹ ਵੀ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਇਕੱਲੇ ਮੈਂਬਰ ਸਾਹਿਬਾਨ ਨਹੀਂ, ਸਾਡੀ ਇੱਕ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸੁਸਾਇਟੀ ਹੈ, ਸਾਡੇ ਪ੍ਰਧਾਨ ਸਾਹਿਬ ਨੇ ਉਹਦੇ ਤੇ ਵੀ ਆਪਣੇ ਕਬਜ਼ਾ ਕਰ ਲਿਆ, ਕਿਉਂਕਿ ਦਿੱਲੀ ਕਮੇਟੀ ਦੇ ਵੀ ਪ੍ਰਧਾਨ ਤੇ GHPS ਸੁਸਾਇਟੀ ਦੇ ਵੀ ਪ੍ਰਧਾਨ। ਔਰ ਜੇ ਮੈਂ ਤੁਹਾਨੂੰ ਸੱਚਾਈ ਦੱਸਾਂ, ਮੈਂ ਵੀ ਉਹਦਾ ਮੈਂਬਰ ਹੈਗਾ। ਅੱਜ ਮੇਰਾ ਕੱਲ 1.5 ਸਾਲ 2 ਸਾਲ ਤੋਂ ਉੱਪਰ ਨਾ GHP ਸੁਸਾਇਟੀ ਦੀ ਕਦੇ ਮੀਟਿੰਗ ਹੋਈ,
ਵੀ ਤੁਸੀਂ ਲੋਕਾਂ ਦੇ ਕੋਈ ਵਿਊ ਜਿਹੜੇ ਉਹਦੇ ਮੈਂਬਰ ਹੈਗੇ ਉਹਨਾਂ ਦੀ ਕੋਈ ਮਦਦ ਲਓ ਵੀ ਯਾਰ ਉਹਨਾਂ ਦਾ ਰੋਡ ਮੈਪ ਕਿਸੇ ਕੋਲ ਕੋਈ ਹੈ। ਕਦੇ ਕੋਈ ਮੀਟਿੰਗ ਨਹੀਂ, ਕਹਿਣ ਦਾ ਭਾਵ ਕੱਲੀ ਡਿਕਟੇਟਰਸ਼ਿਪ ਦੇ ਨਾਲ ਇਸ ਤਰੀਕੇ ਦਾ ਸੇਵਾ ਜਿਹੜੀ ਹੈ, ਉਹਨੂੰ ਸੇਵਾ ਤਾਂ ਨਹੀਂ ਮੈਂ ਕਹਾਂਗਾ, ਡਿਕਟੇਟਰਸ਼ਿਪ ਚਲਾਈ, ਉਹਦੇ ਵਿੱਚ ਪ੍ਰਬੰਧਾਂ ਦੇ ਵਿੱਚ ਬਹੁਤ ਸਾਰੀਆਂ ਊਣਤਾਵਾਂ ਆਈਆਂ ਜੋ ਕੁਝ ਮੈਂਬਰਾਂ ਦੇ ਵਿੱਚ ਜਜ਼ਬਾ ਸੀਗਾ ਕਰਨ ਦਾ ਉਹ ਨਹੀਂ ਕਰ ਸਕੇ। ਔਰ ਹੁਣ ਮੈਨੂੰ ਉਮੀਦ ਹੈ ਕਿ ਇੱਕ ਚੰਗੀ ਸੋਚ ਵਾਲੀ ਕਮੇਟੀ ਜਿਹੜੀ ਹੈ ਉਹ ਜ਼ਰੂਰ ਬਣੇਗੀ, ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਤੁਹਾਡਾ ਸਵਾਲ ਹੈਗਾ ਕਿ ਬਾਕੀ ਕਮਿਊਨਿਟੀਜ਼ ਦੇ ਇਲਾਵਾ ਅਸੀਂ ਸਿੱਖ ਕੌਮ ਦੇ ਜਿਹੜੇ ਬੱਚੇ ਹੈ, ਪਰਿਵਾਰ ਹੈ, ਜਿਨ੍ਹਾਂ ਨੂੰ ਵਾਕਈ ਕਿਤੇ ਨਾ ਕਿਤੇ ਗੁਰਦੁਆਰਾ ਕਮੇਟੀ ਦੇ ਸਹਾਰੇ ਦੀ ਲੋੜ ਹੈ, ਅਸੀਂ ਉਹਨਾਂ ਵਾਸਤੇ ਵੀ ਜ਼ਰੂਰ ਕੰਮ ਕਰਾਂਗੇ। ਬਾਟ ਸਾਹਿਬ, ਅੱਜ ਇੰਨੇ ਸਾਲ ਹੋ ਗਏ, 1984 ਨੂੰ ਖਤਮ ਵੀ ਹੋ ਚੁੱਕਿਆ ਸੀ, ਗੱਲ ਨਹੀਂ ਕਰਦੇ ਉਸ ਬਾਰੇ ਵਿੱਚ, ਪਰ ਅੱਜ ਵੀ ਉਹ ਬੱਚੇ ਸੜਕਾਂ ਤੇ ਨੇ। ਕੀ ਐਸਾ ਕਦੇ ਕਮੇਟੀਆਂ ਨੇ ਨਹੀਂ ਸੋਚਿਆ ਕਿ ਸਾਡੇ SGPC ਦੇ ਕੋਲ ਕਈ ਪ੍ਰੋਫੈਸ਼ਨਲ ਕਾਲਜਸ ਨੇ, ਸਕੂਲ ਨੇ, ਕਿ ਉਹਨਾਂ ਨੂੰ ਵੀ ਕੁਝ ਸਕਾਲਰਸ਼ਿਪ ਤੇ ਉਹਨਾਂ ਸਕੂਲਾਂ ਵਿੱਚ ਭੇਜਿਆ ਜਾਏ, ਕੁਝ ਬੱਚੇ ਤੇ ਪੜ੍ਹ ਕੇ ਕੁਝ ਇੰਜੀਨੀਅਰਿੰਗ ਜਾਂ ਡਾਕਟਰ ਕੁਝ ਬਣ ਸਕਣ? ਦੇਖੋ, ਮੇਰਾ ਵਿਅਕਤੀਗਤ ਤੌਰ ਤੇ ਮੇਰਾ ਇਹ ਮੰਨਣਾ ਹੈਗਾ ਕਿ ਕਿਸੇ ਵੀ ਕਮਿਊਨਿਟੀ ਨੂੰ ਜਿਹੜੀ ਇਹ ਅੱਜ ਪ੍ਰਥਾ ਚੱਲ ਪਈ ਹੈ, ਸਰਕਾਰਾਂ ਨੇ ਵੀ ਪ੍ਰਥਾ ਚਲਾਤੀ ਹੈ ਤੇ ਸਾਡੇ ਗੁਰਦੁਆਰਾ ਕਮੇਟੀ 'ਚ ਵੀ ਚੱਲੀ ਹੈ ਕਿ ਆਪਾਂ ਕਿਸੇ ਪਰਿਵਾਰ ਨੂੰ ਲਾਲਚ ਦੇ ਕੇ ਜਾਂ ਆਟਾ ਦੇਤਾ ਜਾਂ ਦਾਲ ਦੇਤੀ, ਇਹਦੇ ਨਾਲ ਕੰਮ ਨਹੀਂ ਹੋਣ ਵਾਲਾ। ਇਹਦੇ ਨਾਲ ਜਿਹੜੀ ਕਮਿਊਨਿਟੀ ਹੈ ਉਹ ਉੱਪਰ ਆਉਣ ਵਾਲੀ ਨਹੀਂ ਹੈ। ਜੋ ਤੁਸੀਂ ਚਾਹੁੰਦੇ ਹੋ, ਤੁਸੀਂ ਡਾਕਟਰਾਂ ਦੀ ਗੱਲ ਕਰ ਰਹੇ, ਇੰਜੀਨੀਅਰ ਦੀ ਗੱਲ ਕਰ ਰਹੇ ਹੋ, ਸੋ ਉਹ ਤਾਂ ਹੀ ਸੰਭਵ ਹੈਗਾ ਜੇ ਅਸੀਂ ਸਭ ਤੋਂ ਪਹਿਲਾਂ ਐਜੂਕੇਸ਼ਨ ਦੇ ਉੱਤੇ ਫੋਕਸ ਕਰੀਏ। ਮੈਂ ਸਮਝਦਾ ਕਿ ਜਿੱਥੇ ਸਾਡੇ ਸਕੂਲਾਂ ਦੇ ਵਿੱਚ, ਅਗਰ ਸਾਡੇ ਸਕੂਲਾਂ ਦੇ ਵਿੱਚ ਐਵਰੇਜ ਅਸੀਂ 2250 ਬੱਚੇ ਦੀ ਸਟਰੈਂਥ ਹੋਵੇ ਤੇ ਅਗਰ ਉੱਥੇ ਸਾਡੀ ਕਮਿਊਨਿਟੀ ਦੇ, ਸਿੱਖ ਕਮਿਊਨਿਟੀ ਦੇ 400 500 10% ਬੱਚੇ ਫ੍ਰੀ ਵੀ ਪੜ੍ਹ ਜਾਣ ਤੇ ਕੋਈ ਮਾੜੀ ਗੱਲ ਨਹੀਂ ਹੈ। ਉਹਨਾਂ ਬੱਚਿਆਂ ਦੀ ਪੜ੍ਹਾਈ ਦਾ ਬੰਦੋਬਸਤ, ਕਿਤਾਬਾਂ ਦਾ, ਯੂਨੀਫਾਰਮ ਦਾ ਬੰਦੋਬਸਤ ਇਹ ਸਾਨੂੰ ਕਰਨਾ ਚਾਹੀਦਾ। ਲੇਕਿਨ ਇਹ ਤਾਂ ਹੀ ਸੰਭਵ ਹੈ ਜਦੋਂ ਚੰਗੀ ਸੋਚ ਵਾਲੇ ਵਿਅਕਤੀ ਜਿਹੜੇ ਹੈ ਇਸ ਪ੍ਰਬੰਧ ਦੇ ਵਿੱਚ ਆਉਣਗੇ, ਜਿਨ੍ਹਾਂ ਦੀ ਸੋਚ ਆਪਣੇ ਆਪ ਨੂੰ ਰਾਜਨੀਤਿਕ ਲਾਹਾ ਲੈਣ ਦੀ ਨਾ ਹੋਵੇ, ਸੇਵਾ ਭਾਵਨਾ ਦੀ ਗੱਲ ਹੋਵੇ, ਔਰ ਸੇਵਾ ਭਾਵਨਾ ਦੇ ਨਾਲ ਨਾਲ ਕੌਮ ਦੀ ਗੱਲ ਹੋਵੇ, ਕੌਮ ਦੇ ਬੱਚਿਆਂ ਦੇ ਪ੍ਰਤੀ ਵਫਾਦਾਰ ਹੋਣ, ਉਹਨਾਂ ਪਰਿਵਾਰਾਂ ਦੇ ਪ੍ਰਤੀ ਵਫਾਦਾਰ ਹੋਣ। 1984 ਦੀ ਤੁਸੀਂ ਗੱਲ ਕੀਤੀ ਹੈ, 1984 ਦੇ ਜਿਹੜੇ ਪਰਿਵਾਰ ਹੈ ਉਹਨਾਂ ਨੂੰ ਸਰਦਾਰ ਮਨਜੀਤ ਸਿੰਘ ਜੀਕੇ ਨੇ ਇੱਕ ਪੈਨਸ਼ਨ ਆ ਕੇ ਲਗਾਈ ਸੀ, 1000 ਰੁਪਈਆ ਪਰਿਵਾਰ ਨੂੰ। ਉਹ ਪੈਨਸ਼ਨ ਹੁਣ ਤਾਂ ਉਹ ਮੇਰਾ ਖਿਆਲ ਸਾਲ ਹੋ ਗਿਆ, ਪੈਨਸ਼ਨ ਦਿੱਲੀ ਕਮੇਟੀ ਵੱਲੋਂ ਦਿੱਤੀ ਵੀ ਨਹੀਂ ਜਾ ਰਹੀ। ਲੇਕਿਨ ਮੇਰਾ ਇਹ ਮੰਨਣਾ ਹੈ ਕਿ ਇਹ ਤੋਂ ਵੀ ਉੱਪਰ ਉੱਠ ਕੇ ਜੇ ਅਸੀਂ ਉਹਨਾਂ ਪਰਿਵਾਰਾਂ ਦੇ ਵਾਸਤੇ ਕੋਈ ਰੋਜ਼ਗਾਰ ਦੇ ਸਾਧਨ ਪੈਦਾ ਕਰਾਈਏ ਜਾਂ ਉਹਨਾਂ ਨੂੰ ਕੋਈ ਆਪਾਂ ਇੰਡੀਵਿਜੂਅਲ, ਜਿਵੇਂ ਕਹਿੰਦੇ ਆਪਾਂ ਛੋਟੇ ਜਿਹੜੇ ਕਾਰੋਬਾਰ ਹੈਗੇ ਆ, ਉਸ ਕਾਰੋਬਾਰ ਕਰਾਉਣ ਦੀ ਕੋਈ ਮਦਦ ਕਰੀਏ। ਕੋਈ ਦੁਕਾਨ ਖੋਲ੍ਹ ਸਕਦਾ ਹੈ, ਕੋਈ ਸਟੋਰ ਖੋਲ੍ਹ ਸਕਦਾ ਹੈ, ਜਾਂ ਹੋਰ ਕੋਈ ਕਿਸੇ ਕਿਸਮ ਦਾ ਕੰਮ ਕਰ ਸਕਦਾ ਹੈ। ਆਪਾਂ ਉਹਨਾਂ ਬੱਚਿਆਂ ਨੂੰ ਮਤਲਬ ਇੱਕ ਕਿਰਤੀ ਸਿੰਘ ਬਣਾਉਣ ਵਾਸਤੇ ਕੋਈ ਛੋਟੇ ਕੋਰਸ, ਜਿਵੇਂ ਪਲੰਬਰ ਦਾ ਕੋਰਸ ਹੈ, ਵੈਲਡਰ ਦਾ ਕੋਰਸ ਹੈ, ਮੋਬਾਈਲ ਰਿਪੇਅਰ ਦਾ ਕੋਰਸ ਹੈ, ਇਸ ਤਰੀਕੇ ਦੇ ਕੋਰਸ ਕਰਵਾ ਕੇ ਉਹਨਾਂ ਨੂੰ ਫਾਈਨੈਂਸ਼ੀਅਲੀ ਹੈਲਪ ਕਰਕੇ ਉਹਨਾਂ ਨੂੰ ਛੋਟੇ ਕਾਰੋਬਾਰ ਕਰਵਾਏ ਜਾਣ। ਮੈਂ ਸਮਝਦਾ ਇਹਦੇ ਨਾਲ ਉਹਨਾਂ ਦੇ ਜੀਵਨ ਦਾ ਜਿਹੜਾ ਸਤਰ ਹੈ ਉਹ ਸੁਧਾਰ ਆਪਾਂ ਲਿਆ ਸਕਦੇ ਹਾਂ। ਸਾਡੇ ਨਾਲ ਬਾਟ ਸਾਹਿਬ ਨੇ ਜਿਸ ਤਰੀਕੇ ਨਾਲ ਦੱਸਿਆ, ਅਸੀਂ ਵੀ ਚਾਹਾਂਗੇ ਕਿ ਆਉਣ ਵਾਲੇ ਸਮੇਂ ਵਿੱਚ ਜਿਹੜਾ ਵੀ ਪ੍ਰੈਜ਼ੀਡੈਂਟ ਆਣ, ਉਹ ਇਸ ਤਰੀਕੇ ਦੀ ਸੋਚ, ਜਿਹੜਾ ਰੋਡ ਮੈਪ ਲੈ ਕੇ ਇਸ ਸਮੇਂ ਬਾਟ ਸਾਹਿਬ ਚੱਲ ਰਹੇ ਨੇ, ਇਹੋ ਰੋਡ ਮੈਪ, ਇਹੋ ਚੀਜ਼ ਲੈ ਕੇ ਉਹ ਪ੍ਰੈਜ਼ੀਡੈਂਟ ਵੀ ਚੱਲਣ, ਤੇ ਤਾਂ ਕਿ ਜਿਹੜੇ ਸਾਡੇ ਕੌਮ ਦੇ ਵਿੱਚ ਜਿਹੜੀਆਂ ਕਮੀਆਂ ਨੇ ਉਹ ਪੂਰੀਆਂ ਹੋ ਸਕਣ। ਜਿਸ ਤਰ੍ਹਾਂ ਕਿ ਇਹਨਾਂ ਨੇ ਹੁਣ ਇੱਕ ਆਉਂਦੇ ਹੀ ਇੱਕ ਅਸੀਂ ਕਹਿ ਸਕਦੇ ਹਾਂ ਕਿ ਛਾਪਾ ਹੀ ਮਾਰਿਆ ਇਹਨਾਂ ਨੇ, ਤੇ ਜਿਹਦੇ ਵਿੱਚ ਕੁਝ ਜਿਮ ਚੱਲ ਰਹੇ ਸਨ, ਜਿਹੜਾ ਕਿ ਇੱਕ ਇੰਸਟੀਟਿਊਸ਼ਨ, ਜਿਹੜਾ ਇੱਕ ਗੁਰਦੁਆਰੇ ਦੀ ਪ੍ਰਾਪਰਟੀ ਸੀ, ਉਹਦੇ ਵਿੱਚ ਜਿਮ ਚੱਲ ਰਹੇ ਸਨ, ਹੋਰ ਵੀ ਬੜਾ ਕੁਝ ਹੋ ਰਿਹਾ ਸੀ, ਤੇ ਇਹਨਾਂ ਨੇ ਸਭ ਤੋਂ ਪਹਿਲੇ ਆ ਕੇ ਉਸ ਚੀਜ਼ ਨੂੰ ਰੋਕਿਆ। ਉਮੀਦ ਕਰਦੇ ਹਾਂ ਕਿ ਜਿੰਨੇ ਦਿਨ ਇਹਨੀ ਐਜ਼ ਅ ਵਰਕਿੰਗ ਪ੍ਰੈਜ਼ੀਡੈਂਟ ਨੇ, ਤਦ ਤੱਕ ਹੋਰ ਵੀ ਜਿੰਨਾ ਕੰਮ ਕਰ ਸਕਦੇ ਨੇ ਉਹਨਾਂ ਕੰਮ ਕਰਨਗੇ ਤੇ ਵੱਧ ਚੜ੍ਹ ਕੇ ਕਰਨਗੇ। ਤੇ ਆਉਣ ਵਾਲਾ ਜਿਹੜਾ ਵੀ ਪ੍ਰੈਜ਼ੀਡੈਂਟ ਹੋਏਗਾ, ਅਸੀਂ ਚਾਹਾਂਗੇ ਕਿ ਉਹ ਬਾਟ ਸਾਹਿਬ ਦੇ ਹੀ, ਜਿਸ ਤਰੀਕੇ ਨਾਲ ਬਾਟ ਸਾਹਿਬ ਨੇ ਇੱਕ ਸਿਸਟਮ ਬਣਾਇਆ ਤਾਂ ਉਸ ਸਿਸਟਮ ਦੇ ਤਹਿਤ ਚੱਲਣ, ਤਾਂ ਕਿ ਸਾਡੀ ਕੌਮ ਕਿਤੇ ਅੱਗੇ ਵੱਧ ਸਕੇ, ਪਿਛੜੀ ਨਾ ਰਹਿ ਜਾਏ ਜਿਹੜੀ ਅਜੇ ਤੱਕ ਰਹਿ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।